हमें तो यही अंदेशा है कि वही शायद उन्होंने बस सब कुछ सुन लिया है, सब कुछ पढ़ लिया है, लेकिन ये हमें इसकी उम्मीद नहीं है कि सचमुच में कुछ चेंजेस आएँगी, कोई तब्दीली आएगी। But the fact is, this is nothing new. Muslim leaders and anti-racism activists had called for action after the Quebec City mosque shooting in January 2017, and all we got were thoughts and prayers. ਲੰਘੇ ਵੀਰਵਾਰ ਨੂੰ ਆਨਲਾਈਨ ਆਯੋਜਿਤ ਕੀਤੀ ਗਈ ਨੈਸ਼ਨਲ ਸਮਿਟ ਔਨ ਇਸਲਾਮੋਫੋਬੀਆ ਨੂੰ ਨਸਲਵਾਦ ਅਤੇ ਇਸਲਾਮੋਫੋਬੀਆ ਵਿਰੁੱਧ ਕੰਮ ਕਰਨ ਵਾਲੀਆਂ ਕੁਝ ਸੰਸਥਾਵਾਂ ਵੱਲੋਂ ਰਸਮੀ ਕਾਰਵਾਈ ਕਿਹਾ ਜਾ ਰਿਹਾ ਹੈ। ਕੈਨੇਡੀਅਨਸ ਯੂਨਾਈਟਿਡ ਅਗੇਂਸਟ ਹੇਟ ਦੇ ਬਾਣੀ ਫਰੀਦ ਖਾਨ ਇਸ ਸਮਿਟ ਨੂੰ ਗੱਲਬਾਤ ਤੱਕ ਹੀ ਸੀਮਤ ਸਮਝਦੇ ਹਨ। I think right now they're just promises, and it's a small step forward, but until the government puts out its throne speech, whichever party gets elected, until we see commitments in the throne speech, and then we see actual legislation or regulations presented in Parliament, then these are just words. And I've said this before: words are cheap. They're easy to put out. It's the actions that matter. ਪਾਰਲੀਮੈਂਟ ਦੇ ਮੈਂਬਰਾਂ ਨੇ ਜੂਨ ਮਹੀਨੇ ਵਿੱਚ ਸਰਬਸੰਮਤੀ ਨਾਲ ਇਸਲਾਮੋਫੋਬੀਆ ਵਿਰੁੱਧ ਇਸ ਰਾਸ਼ਟਰੀ ਪੱਧਰ ਦੀ ਸਮਿਟ ਦੇ ਹੱਕ ਵਿੱਚ ਇੱਕ ਮਤਾ ਨੂੰ ਮਨਜ਼ੂਰ ਕੀਤਾ ਸੀ। ਅਜਿਹਾ ਲੰਡਨ ਓਨਟਾਰੀਓ ਵਿੱਚ ਇੱਕ ਮੁਸਲਿਮ ਪਰਿਵਾਰ ਦੇ 4 ਜੀਆਂ ਨੂੰ ਸੈਰ ਕਰਦੇ ਹੋਏ ਕੀਤੇ ਗਏ ਹਮਲੇ ਵਿੱਚ ਜਾਨ ਤੋਂ ਮਾਰੇ ਜਾਣ ਤੋਂ ਬਾਅਦ ਕੀਤਾ ਗਿਆ ਸੀ। ਇਸ ਸਮਿਟ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਡਨ ਓਨਟਾਰੀਓ ਵਿੱਚ ਹੋਏ ਇਸ ਜਾਨਲੇਵਾ ਹਮਲੇ ਅਤੇ ਅਜਿਹੇ ਹੋਰ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਸਾਰੇ ਕੈਨੇਡੀਅਨਜ਼ ਨੂੰ ਡਾਇਵਰਸਿਟੀ ਦੇ ਪੱਖ ਵਿੱਚ ਰਲ ਕੇ ਕੰਮ ਕਰਨਾ ਚਾਹੀਦਾ ਹੈ। ਪਰ ਕੈਨੇਡੀਅਨ ਕਾਉਂਸਲ ਆਫ ਮੁਸਲਿਮ ਵਿਮਨ ਦੀ ਐਗਜ਼ੀਕਿਊਟਿਵ ਡਾਇਰੈਕਟਰ ਨੁਜ਼ਹਤ ਜਾਫਰੀ ਦਾ ਕਹਿਣਾ ਹੈ ਕਿ ਰਾਜਨੀਤੀ ਅਤੇ ਵਾਅਦਿਆਂ ਤੋਂ ਅੱਗੇ ਵੱਧ ਕੇ ਹੁਣ ਮੁਸਲਮਾਨਾਂ ਦੀ ਸੁਰੱਖਿਆ ਲਈ ਪੱਕੇ ਤੌਰ ਤੇ ਕੰਮ ਕਰਨ ਦਾ ਸਮਾਂ ਹੈ। ये तो पॉलिटिशियंस का काम है, सब बातें सुन लेते हैं और ये भी दिखाने के कायल होते हैं कि भाई हम देखो कितना वो कर रहे हैं मुसलमानों के लिए, लेकिन फिर ऐसी तो रिपोर्ट्स बहुत हो चुकी हैं और रिकमेंडेशंस भी बहुत हो चुकी हैं। लेकिन अब देखिए शायद इलेक्शन है और जो ये हादसात होते रहते हैं ना, इसकी वजह से इनकी तादाद बहुत बढ़ गई है, तो अब जाहिर है लोग जो हैं वो बहुत नाउम्मीद भी हो गए और उनको डर लगने लगा है। ਸਮਿਟ ਵਿੱਚ ਕੈਨੇਡਾ ਦੀ ਲਿਬਰਲ ਸਰਕਾਰ ਨੇ ਵਾਈਟ ਸੁਪਰੈਮਿਸਿਸਟ ਸਮੂਹਾਂ ਨੂੰ ਖਤਮ ਕਰਨ ਅਤੇ ਨਸਲਵਾਦ ਨੂੰ ਖਤਮ ਕਰਨ ਦੇ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਨਸਲਵਾਦ ਵਿਰੁੱਧ ਨਵੇਂ ਐਕਸ਼ਨ ਪਲਾਨ ਦੇ ਲਈ ਮੁਸਲਿਮ ਭਾਈਚਾਰੇ ਨਾਲ ਵਿਚਾਰ ਵਟਾਂਦਰਾ ਕਰਨ ਦੀ ਵਚਨਬੱਧਤਾ ਜ਼ਾਹਿਰ ਕੀਤੀ ਹੈ। ਪਰ ਇਨ੍ਹਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਇਲੈਕਸ਼ਨਜ਼ ਵਾਂਗ ਇਸ ਵਾਰ ਦੀਆਂ ਸੰਭਾਵਿਤ ਫੈਡਰਲ ਚੋਣਾਂ ਵੀ ਵਾਅਦਿਆਂ ਅਤੇ ਇਰਾਦਿਆਂ ਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਲਾ ਰਹੀਆਂ ਹਨ। We had a moment where there was a focus on racism in this country when the blackface and brownface photos of the prime minister came out. And then for a week, there was a lot of discussion around it about racism in Canada and what needs to be done. And then basically it was forgotten. And after the election, there was nothing. हुकूमत ने तो कोई टाइमलाइन नहीं दी और इसी वजह से हम लोगों को फिक्र लगी हुई कि भाई कुछ करेंगे भी या नहीं। हम लोग पार्टिसन तो नहीं हो सकते, लेकिन हमारी ये उम्मीद है कि कोई भी पार्टी हो, या तो हो कंजर्वेटिव्स हों या न्यू डेमोक्रेट्स हैं या लिबरल्स हों, उनको कुछ ना कुछ तो करना पड़ेगा। ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਨੈਸ਼ਨਲ ਸਮਿਟ ਔਨ ਇਸਲਾਮੋਫੋਬੀਆ ਤੋਂ ਪਹਿਲਾਂ ਇਸਲਾਮੋਫੋਬੀਆ ਨਾਲ ਨਜਿੱਠਣ ਲਈ 60 ਸਿਫਾਰਿਸ਼ਾਂ ਜਾਰੀ ਕੀਤੀਆਂ ਸਨ। ਇਨ੍ਹਾਂ ਵਿੱਚ 2021 ਦੇ ਅੰਤ ਤੱਕ ਇਸਲਾਮੋਫੋਬੀਆ ਵਿਰੁੱਧ ਇੱਕ ਫੈਡਰਲ ਰਣਨੀਤੀ ਬਣਾਉਣਾ ਅਤੇ ਕੈਨੇਡੀਅਨ ਰੈਵਨਿਊ ਏਜੰਸੀ ਨੂੰ ਮੁਸਲਿਮ ਚੈਰਿਟੀ ਸੰਸਥਾਵਾਂ ਦੇ ਪੱਖਪਾਤੀ ਆਡਿਟ ਤੋਂ ਰੋਕਣਾ ਸ਼ਾਮਿਲ ਸੀ। ਇਸ ਬਾਰੇ ਓਮਨੀ ਨਿਊਜ਼ ਵੱਲੋਂ ਪੁੱਛੇ ਜਾਣ ਤੇ ਸੀਆਰਏ ਨੇ ਇੰਟਰਵਿਊ ਦੀ ਹਾਮੀ ਤਾਂ ਨਹੀਂ ਭਰੀ, ਪਰ ਆਪਣਾ ਬਿਆਨ ਸਾਂਝਾ ਕਰਦਿਆਂ ਦੱਸਿਆ ਹੈ ਕਿ ਸੀਆਰਏ ਵੱਲੋਂ ਆਡਿਟ ਦਾ ਫੈਸਲਾ ਧਰਮ ਦੀ ਆਧਾਰ ਤੇ ਨਹੀਂ ਕੀਤਾ ਜਾਂਦਾ। ਹਾਲਾਂਕਿ ਨੈਸ਼ਨਲ ਸਮਿਟ ਔਨ ਇਸਲਾਮੋਫੋਬੀਆ ਨੂੰ ਸੰਬੋਧਿਤ ਕਰਦਿਆਂ ਟਰੂਡੋ ਨੇ ਸੀਆਰਏ ਸਮੇਤ ਫੈਡਰਲ ਏਜੰਸੀਆਂ ਨੂੰ ਅਜਿਹੇ ਅਮਲਾਂ ਨੂੰ ਰੋਕਣ ਦਾ ਕਿਹਾ ਹੈ ਜੋ ਕਿ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਣ। ਇਸ ਤੋਂ ਇਲਾਵਾ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਸੂਬਾਈ ਸਰਕਾਰਾਂ ਤੋਂ ਵੀ ਕੁਝ ਮੰਗਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਨਫ਼ਰਤ ਫੈਲਾਉਣ ਵਾਲੇ ਸਮੂਹਾਂ ਨੂੰ ਸੂਬਾਈ ਜ਼ਮੀਨ ਤੇ ਇਕੱਤਰ ਹੋਣ ਦੀ ਇਜਾਜ਼ਤ ਨਾ ਦੇਣਾ ਵੀ ਸ਼ਾਮਿਲ ਹੈ। ਪਰ ਅਜੇ ਇਨ੍ਹਾਂ ਸਿਫਾਰਿਸ਼ਾਂ ਤੇ ਅਮਲ ਹੋਣਾ ਬਾਕੀ ਹੈ। ਬਹੁਤ ਜ਼ਿਆਦਾ ਰეკਮੈਂਡੇਸ਼ਨਸ ਆਈਆਂ ਸੀਗੀਆਂ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਚੋਂ, ਜਿਹਦੇ 'ਚ ਬਹੁਤ ਜ਼ਿਆਦਾ ਵੱਡੀ ਸੀਗੀ ਐਜੂਕੇਸ਼ਨ ਦੇ ਉੱਤੇ, ਐਜੂਕੇਸ਼ਨ ਅਵੇਅਰਨੈਸ ਉੱਤੇ, ਵਿਚ ਵੀ ਆਰ ਪੁਟਿੰਗ ਲੋਟ ਆਫ ਐਮਫੈਸਿਸ। ਜਿਹੜੇ ਸਾਡੇ ਲੈਜਿਸਲੇਸ਼ਨਸ ਡਿਫਰੈਂਟ ਆ ਰਹੇ ਹੈਗੇ ਹੈ, ਬੇਸ਼ੱਕ ਉਹ ਡਿਸਐਗਰੀਗੇਟਿਡ ਡੇਟਾ ਦਾ ਲੈਜਿਸਲੇਸ਼ਨ ਹੈ ਜਾਂ ਉਹ ਐਂਟੀ ਰੇਸਿਜ਼ਮ ਐਕਟ ਦਾ ਲੈਜਿਸਲੇਸ਼ਨ ਹੈਗਾ। ਦਿਸ ਵਿਲ ਕਾਊਂਟਰ ਇਸਲਾਮੋਫੋਬੀਆ, ਲਾਈਕ ਇਟ ਵਿਲ ਇਨਕਲੂਡ ਇਸਲਾਮੋਫੋਬੀਆ ਐਜ਼ ਵੈਲ। ਸਿਫਾਰਿਸ਼ਾਂ ਤੇ ਬਿਆਨਾਂ ਵਿਚਾਲੇ ਮਨੁੱਖੀ ਅਧਿਕਾਰਾਂ ਲਈ ਅਤੇ ਇਸਲਾਮੋਫੋਬੀਆ ਵਿਰੁੱਧ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਹੁਣ ਦੇਰੀ ਕਰਨ ਦਾ ਸਮਾਂ ਨਹੀਂ ਹੈ।
there does need to be a nationally coordinated anti-hate strategy, coordinated with provincial governments. And in the same way that the government coordinated the campaign to fight the COVID-19 pandemic. It was an all-of-government approach, and that's what needs to be done. हमारे जो मेंबर्स हैं ना, बहुत सारी औरतें जो हिजाब पहनती हैं, वो उनको घर से बाहर निकलने में बहुत डर लगता है। अब तो ये कहती भी हैं कि भाई हमारे लिए कुछ करो, वरना हम लोगों की जिंदगी जो है वो तो दांव पे लगी हुई है। जवाद सिद्दीकी, ओमनी न्यूज़, वैंकूवर।